ਸਤਿ ਸ਼੍ਰੀ ਅਕਾਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਦਿੱਲੀ ਹਿੰਸਾ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕੀਤੀ ਪ੍ਰੈਸ ਕਾਨਫਰੰਸ। ਕਿਹਾ ਟਰੈਕਟਰ ਮਾਰਚ ਚੜਿਆ ਸਰਕਾਰੀ ਸਾਜ਼ਿਸ਼ ਦੀ ਭੇਂਟ। ਕਿਸਾਨੀ ਅੰਦੋਲਨ ਰਹੇਗਾ ਜਾਰੀ। 1 ਫਰਵਰੀ ਨੂੰ ਕਿਸਾਨਾਂ ਨੇ ਸੰਸਦ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਮੁਲਤਵੀ। 30 ਜਨਵਰੀ ਨੂੰ ਸਾਰੇ ਦੇਸ਼ ਵਿੱਚ ਮਰਨ ਵਰਤ ਤੇ ਬੈਠਣਗੇ ਕਿਸਾਨ। ਦਿੱਲੀ ਹਿੰਸਾ ਤੇ ਬੋਲੇ ਦਿੱਲੀ ਪੁਲਿਸ ਕਮਿਸ਼ਨਰ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਹੀਂ ਜਾਵੇਗਾ ਬਖਸ਼ਿਆ। ਪੁਲਿਸ ਨੇ 200 ਤੋਂ ਜ਼ਿਆਦਾ ਲੋਕ ਲਏ ਹਿਰਾਸਤ ਦੇ ਵਿੱਚ। 3 ਦਰਜਨ ਤੋਂ ਵੱਧ ਵਿਅਕਤੀਆਂ ਤੇ ਪਰਚਾ ਕੀਤਾ ਦਰਜ। ਪੁਲਿਸ ਨੇ ਵਰਤਿਆ ਸੰਜਮ। ਕਿਸਾਨਾਂ ਤੇ ਕਾਨੂੰਨ ਤੋੜਨ ਦੇ ਲਗਾਏ ਇਲਜ਼ਾਮ। ਚੰਡੀਗੜ੍ਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਹੋਈ ਮੀਟਿੰਗ। ਪਾਰਟੀ ਨੇ ਮੁੜ ਕਿਸਾਨਾਂ ਨੂੰ ਸਮਰਥਨ ਦੇਣ ਦੀ ਆਖੀ ਗੱਲ। ਕਿਹਾ ਸੰਸਦ 'ਚ ਚੁੱਕਿਆ ਜਾਵੇਗਾ ਕਿਸਾਨਾਂ ਦਾ ਮੁੱਦਾ। ਸ਼ੌਰਿਆ ਚੱਕਰ ਨਾਲ ਸਨਮਾਨਿਤ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ 'ਚ ਜਾਂਚ NIA ਨੇ ਆਪਣੇ ਹੱਥਾਂ 'ਚ ਲਈ। ਘਰ 'ਚ ਦਾਖਲ ਹੋ ਕੇ ਕਾਤਲਾਂ ਨੇ ਚਲਾਈਆਂ ਸਨ ਕਾਮਰੇਡ ਬਲਵਿੰਦਰ ਸਿੰਘ ਤੇ ਗੋਲੀਆਂ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿੱਲੀ ਪੁਲਿਸ ਦੁਆਰਾ ਕੀਤੀ ਗਈ ਪ੍ਰੈਸ ਕਾਨਫਰੰਸ ਦੀ। ਦਿੱਲੀ ਵਿਖੇ ਲਾਲ ਕਿਲੇ 'ਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਬਤ ਜਾਣਕਾਰੀ ਦਿੱਤੀ ਹੈ। ਦਿੱਲੀ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਹਿੰਸਾ ਤੋਂ ਬਾਅਦ ਇਹ ਪਹਿਲੀ ਪ੍ਰੈਸ ਕਾਨਫਰੰਸ ਹੈ। ਮੰਗਲਵਾਰ ਨੂੰ ਹੋਈ ਹਿੰਸਾ ਤੇ ਕਮਿਸ਼ਨਰ ਦੁਆਰਾ ਗੱਲਬਾਤ ਕੀਤੀ ਗਈ। ਕਿਸਾਨ ਆਗੂਆਂ ਤੇ 307 ਦੇ ਤਹਿਤ ਮਾਮਲੇ ਦਰਜ ਕੀਤੇ ਗਏ ਨੇ। ਉਹਨਾਂ ਦੱਸਿਆ ਕਿ 37 ਕਿਸਾਨ ਆਗੂਆਂ ਤੇ 307 ਦੇ ਤਹਿਤ ਮਾਮਲੇ ਦਰਜ ਕੀਤੇ ਗਏ ਨੇ। ਸੋ ਇਹ ਸਾਰੀ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਦੀ ਇਹ ਪਹਿਲੀ ਪ੍ਰੈਸ ਕਾਨਫਰੰਸ ਹੈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਲੀ ਪੁਲਿਸ ਨੇ ਦਿੱਲੀ ਪੁਲਿਸ ਦੁਆਰਾ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਹੈ। ਇਸ ਪੂਰੇ ਮਾਮਲੇ ਦੇ ਵਿੱਚ 37 ਆਗੂਆਂ ਦੇ ਉੱਪਰ ਮਾਮਲੇ ਦਰਜ ਕੀਤੇ ਗਏ ਨੇ। 307 ਧਾਰਾ ਦੇ ਤਹਿਤ ਇਹ ਮਾਮਲੇ ਦਰਜ ਕੀਤੇ ਗਏ ਨੇ। कि जैसे ही ये स्पीच समाप्त हुआ और उन्होंने आह्वान किया कि जो आगे जो बैरिकेड लगी है उसको तोड़ करके वो आगे जाएं और वो वहाँ की जो भीड़ है वो आगे निकली और बैरिकेड तोड़ने लगी। वहाँ पे जो हिंसा हुई है ये अब हमारे दूसरे स्लाइड में आप ऑडियो अगर नहीं देख पा रहे हो तो नहीं सुन पा रहे हो तो वीडियो आप देख सकते हैं। तो इस प्रकार से आपने ये जो उनके स्पीचेस के बाद वहाँ पे जो भीड़ है वो आगे की तरफ बढ़ी। ठीक इसी प्रकार से जो टीकरी बॉर्डर पे जो किसान थे वे भी करीब 8 साढ़े 8 के बीच में निकले और उनमें वे आकर के नांगलोई टी पॉइंट पे बैठ गए और वहाँ पे ही प्रोटेस्ट किया। इसमें उनके नेता बूटा सिंह बुर्जविल वे भी और जो हरियाणा से जो फार्मर्स आए थे उनके साथ मिल करके वहीं पे बैठ गए और आगे जाने से मना कर दिया। और अंत में उन्होंने भी वायलेंस में इंडल्ज किया और बैरिकेड तोड़ी। और ये जो वीडियो फुटेजेस हैं आप लोगों ने काफ़ी कैप्चर किया, जिसमें आपने देखा कि किस प्रकार से एक बहुत बड़ा कंटेनर को उन्होंने पलट करके और आगे का रास्ता निकाला और उसके बाद वो पीरागढ़ी, पंजाबी बाग, झकीरा से होते हुए उनमें से कुछ लाल किला तक पहुंचे। उसी प्रकार से गाजीपुर पे जो किसान थे उनमें से जो राकेश टिकायत के साथ जो किसान थे और भी उनके साथ और भी संगठनों के किसान वे भी इसी प्रकार से वायलेंस में इंडल्ज किया
और वे आगे बढ़ कर के अक्षरधाम गए और जबकि बहुतों को वापस भेज दिया गया, कुछ लोगों ने बैरिकेड तोड़ करके वे भी लाल किले तक पहुंच गए। इन सब पुलिस एक्शन में पुलिस ने संयम बरता। पुलिस के पास सभी ऑप्शंस थे, लेकिन पुलिस ने संयम का रास्ता चुना। पुलिस ने संयम का रास्ता इसलिए चुना कि हम जो जान माल की नुकसान नहीं चाहते थे, जो लॉस ऑफ लाइफ होना था उससे हम वो रास्ता न चुन करके हमने संयम का रास्ता लिया। और ये हमारी और उनके बीच में अग्रीमेंट थी। हम जिम्मेवार रहे हैं और हम अपनी बड़े जिम्मेवारी के साथ जो अग्रीमेंट के हिसाब से हम पीसफुल रैली करवाना चाहते थे। ये जो वायलेंस हुई है वो टर्म्स एंड कंडीशंस को फॉलो नहीं करने की वजह से सब हुई हैं। इन सब जो वायलेंस हुई है इनमें सभी किसान लीडर्स भी शामिल रहे हैं। 26 जनवरी ਦੇ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੁਆਰਾ ਸਾਂਝੀ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ 1 ਫਰਵਰੀ ਦਾ ਤਜਵੀਜ਼ਸ਼ੁਦਾ ਸੰਸਦ ਦਾ ਪੈਦਲ ਮਾਰਚ ਟਾਲਿਆ ਜਾ ਰਿਹਾ ਹੈ ਤੇ 30 ਜਨਵਰੀ ਨੂੰ ਇੱਕ ਦਿਨ ਦੇ ਅਨਸ਼ਨ ਵਰਤ ਤੇ ਕਿਸਾਨ ਪੂਰੇ ਦੇਸ਼ ਦੇ ਵਿੱਚ ਬੈਠਣਗੇ। ਲਾਲ ਕਿਲੇ ਵਿਖੇ ਹੋਈ ਹਿੰਸਾ ਦੀ ਵਾਰਦਾਤ ਤੋਂ ਬਾਅਦ संयुक्त किसान मोर्चे की यह पहली प्रैस कॉन्फ्रेंस है जिस दे विच संयुक्त किसान मोर्चे के आगुआं ने इसकी नैतिक जिम्मेवारी लैंदे हुए इस मामले के उपर नैतिक जिम्मेवारी लई है। किसान परेड बारे किसानों का कहना है कि यह किसान परेड सरकारी साजिश का शिकार हुई है। इस तो इलावा किसान आगुआं वालों यह भी इल्ज़ाम लगाया गया कि संयुक्त किसान मोर्चा ਅਤੇ ਦੀਪ ਸਿੱਧੂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਗਿਆ। ਦੀਪ ਸਿੱਧੂ ਉੱਪਰ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਦੇ ਨਾਲ ਮਿਲੀ ਭੁਗਤ ਦੇ ਇਲਜ਼ਾਮ ਦੀਪ ਸਿੱਧੂ ਦੇ ਉੱਪਰ ਲਗਾਏ ਨੇ। और उसके एक्शन प्लान हमारे वरिष्ठ किसान नेता माननीय बलबीर सिंह राजेवाल जी ने आपके सामने रखे हैं। मैं उसके 1-2 हिस्सों को रेखांकित करना चाहता हूं ताकि इसके बारे में कोई कंफ्यूजन न हो। हमने कहा है कि कल की जो गणतंत्र दिवस परेड थी वो कई मायनों में बहुत सफल रही, अभूतपूर्व थी, ऐतिहासिक थी। उसमें कुछ ऐसी घटनाएं हुई जो हमारी योजना के अनुसार नहीं थी। उसके अगले 2-3 घंटे में जो घटनाएं हुई उन घटनाओं को देखते हुए कल शाम 6:30 बजे संयुक्त किसान मोर्चा ने एक और अपील जारी करके ट्रैक्टर मार्च को वहीं उसी समय बंद कर देने की अपील जारी की थी। सब लोगों से आग्रह किया था कि आप अपने अपनी जगह पे वापस चले जाओ। ये मैं इसलिए दोहरा रहा हूं क्योंकि नेट तब तक टूट चुका था तो सारी सूचनाएं आप तक नहीं पहुंची थी। आज सुबह संयुक्त किसान मोर्चा ने एक और प्रेस रिलीज जारी करके इन घटनाओं के पीछे जो कुछ था उसका पर्दाफाश किया। इसके पीछे जो 2 व्यक्ति और संगठन है, दीप सिद्धू और पंजाब किसान मजदूर संघर्ष समिति, इन दोनों का इस घटनाओं के अंदर जो रोल है उसका पर्दाफाश किया है। पिछले 24 घंटे में इस देश ने दीप सिद्धू के बैकग्राउंड के बारे में इतना कुछ जान लिया है कि मुझे बताने की जरूरत नहीं है। दिल्ली हिंसा ਨੂੰ ਲੈ ਕੇ ਹੁਣ ਦਿੱਲੀ ਪੁਲਿਸ ਦੇ ਵੱਲੋਂ ਕਿਸਾਨ ਆਗੂਆਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤੇ ਲਗਭਗ 3 ਦਰਜਨ ਦੇ ਕਰੀਬ ਲੋਕਾਂ ਦੇ ਖਿਲਾਫ ਇਸ ਮਾਮਲੇ ਦੇ ਵਿੱਚ ਕੇਸ ਦਰਜ ਕੀਤੇ ਗਏ ਨੇ। ਕਿਸਾਨ ਆਗੂਆਂ ਦੇ ਖਿਲਾਫ ਪਰਚੇ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਰਕੇਸ਼ ਟਿਕੈਤ ਦਾ ਨਾਮ ਵੀ ਸ਼ਾਮਿਲ ਹੈ। ਚੜੂਨੀ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ ਹੈ। ਦਰਸ਼ਨਪਾਲ ਰਾਜੇਵਾਲ ਅਤੇ ਹੋਰ ਕਿਸਾਨ ਆਗੂਆਂ ਦੇ ਖਿਲਾਫ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਜੋਗਿੰਦਰ ਸਿੰਘ ਉਗਰਾਹਾਂ ਦਾ ਵੀ ਇਸ ਕੇਸ ਦੇ ਵਿੱਚ ਨਾਮ ਸ਼ਾਮਿਲ ਦੱਸਿਆ ਜਾ ਰਿਹਾ ਹੈ। ਇਹ ਸਾਰੀ FRI ਗਾਜ਼ੀਪੁਰ ਸਟੇਸ਼ਨ ਤੇ ਦਰਜ ਕੀਤੀਆਂ ਗਈਆਂ ਨੇ। ਪੰਜਾਬ ਦੇ ਕੁੱਲ 5 ਕਿਸਾਨ ਆਗੂਆਂ ਦੇ ਨਾਮ ਇਸ FIR ਦੇ ਵਿੱਚ ਸ਼ਾਮਿਲ ਨੇ। ਸੋ ਦਿੱਲੀ ਪੁਲਿਸ ਹੁਣ ਕਿਸਾਨ ਆਗੂਆਂ ਦੇ ਖਿਲਾਫ ਵੀ ਇਸ ਮਾਮਲੇ 'ਚ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ।
ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਨੇ ਵੀ ਦਿੱਲੀ ਹਿੰਸਾ ਦੇ ਉੱਪਰ ਆਪਣਾ ਬਿਆਨ ਦਿੱਤਾ ਹੈ। ਖੇਤੀ ਕਾਨੂੰਨ ਰੱਦ ਕਰਾਉਣੇ ਹੀ ਕਿਸਾਨਾਂ ਦਾ ਮੁੱਖ ਮਕਸਦ ਹੈ। ਅਜਿਹਾ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ। ਉਹਨਾਂ ਨੇ ਕਿਹਾ ਹੈ ਕਿ ਲਾਲ ਕਿਲੇ ਵਿਖੇ ਝੰਡਾ ਲਹਿਰਾਉਣਾ ਕਿਸਾਨੀ ਅੰਦੋਲਨ ਦਾ ਮਕਸਦ ਨਹੀਂ ਸੀ। ਸ਼ਾਦੀਪੁਰ ਨੇ ਕੇਂਦਰ ਸਰਕਾਰ ਦੇ ਉੱਪਰ ਵੀ ਇਸ ਦੌਰਾਨ ਵੱਡੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਕਿਸਾਨ ਵੱਖਵਾਦੀ ਨਹੀਂ ਨੇ ਤੇ ਕਿਸਾਨ ਪਰੇਡ ਤੋਂ ਸਰਕਾਰ ਪੂਰੀ ਤਰ੍ਹਾਂ ਡਰ ਚੁੱਕੀ ਹੈ। ਅਸਲ ਸਥਿਤੀ ਕੀ ਹੈ, ਕਿਉਂਕਿ ਅਫਵਾਹਾਂ ਬਹੁਤ ਫੈਲ ਰਹੀਆਂ ਨੇ ਕਿ ਲੋਕ ਘਰਾਂ ਨੂੰ ਮੁੜ ਗਏ, ਕੱਲ ਗੋਲੀ ਦੀ ਗੱਲ ਹੋਈ ਜਾਂ ਫਿਰ ਕੱਲ ਝੰਡੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਅਫਵਾਹਾਂ ਫੈਲੀਆਂ ਕਿ ਇਹ ਕੰਮ ਗਲਤ ਹੋ ਗਿਆ। ਅਸਲ ਸਥਿਤੀ ਦੱਸ ਦਿਓ। ਵੇਖੋ, ਝੰਡੇ ਵਾਲੀ ਗੱਲ ਜਿਹੜੀ ਤੂੰ ਕੀਤੀ ਉਹ ਸਾਡਾ ਖਾਲਸਾ ਹੀ ਨਿਸ਼ਾਨ ਆ, ਪਰ ਸਾਡਾ ਮਕਸਦ ਨਹੀਂ ਸੀ ਕੱਲ ਕੋਈ ਨਾ ਸਾਡਾ ਲਾਲ ਕਿਲੇ ਦਾ। ਮੈਂ ਤੁਹਾਡੇ ਚੈਨਲ ਰਾਹੀਂ ਪਹਿਲਾਂ ਕਈ ਵਾਰ ਸਪਸ਼ਟ ਕਰ ਚੁੱਕਿਆ ਕਿ ਸਾਡਾ ਮਕਸਦ ਕੇਵਲ ਤੇ ਕੇਵਲ ਜਿਹੜੇ ਅਸੀਂ ਮਕਸਦ ਵਾਸਤੇ ਆਏ ਆ ਕਾਨੂੰਨ ਰੱਦ ਕਰਾਉਣ ਲਈ, ਐਮਐਸਪੀ ਦੀ ਗਾਰੰਟੀ ਲੈਣ ਵਾਸਤੇ। ਸਾਡੇ ਇਹ ਕਾਨੂੰਨ ਨੇ ਜਾਂ ਹੋਰ ਮਸਲੇ ਹੋ ਸਕਦੇ ਨੇ, ਸਾਡਾ ਇਹ ਝੰਡੇ ਵਾਲੇ ਦਾ ਤਾਂ ਮਤਲਬ ਹੀ ਕੋਈ ਨਹੀਂ। ਕੋਈ ਨਾ ਸਾਡਾ, ਅਸੀਂ ਸੁਣਿਆ ਇੱਕ ਦਿਨ ਵੀ ਕਹਿੰਦੇ ਇਹ ਕਿ ਮੋਦੀ ਦਾ ਮਹਿਲ ਵੀ ਖਿੱਚ ਕੇ ਲਿਆਉਣਾ ਹੈ, ਅਸੀਂ ਝੰਡਾ ਵੀ ਲਹਿਰਾਉਣਾ। ਅਸੀਂ ਆਖਿਆ ਇਹਦੇ ਨਾਲ ਮਸਲਾ ਸਾਡਾ ਨਾ ਹੱਲ ਹੋਣ ਵਾਲਾ, ਨਾ ਸਾਨੂੰ ਲੋੜ ਹੈ ਕੋਈ, ਨਾ ਅਸੀਂ ਉਸ ਬੰਨੇ ਜਾਣਾ ਹੈ। ਸਾਡੀ ਕਾਨੂੰਨਾਂ ਦੀ ਲੜਾਈ ਹੈ, ਉਹ ਅਸੀਂ ਲੜ ਰਹੇ ਹਾਂ ਵੀ ਅਸੀਂ ਕਾਨੂੰਨ ਰੱਦ ਕਰਾਉਣੇ ਨੇ ਤੋਂ ਤੇ ਸਰਕਾਰ ਜਦੋਂ ਕਰੇਗੀ ਉਦੋਂ ਜਾਵਾਂਗੇ, ਸ਼ਾਂਤਮਈ ਰੱਖਾਂਗੇ ਇਸ ਅੰਦੋਲਨ ਨੂੰ। ਫਿਰ ਅਸੀਂ ਪਰੇਡ ਦਾ ਦਿੱਤਾ ਵੀ ਅਸੀਂ ਕਿਸਾਨ ਪਰੇਡ ਕਰਨਗੇ ਲਾਜ਼ਮੀ। ਉਹਦੇ ਵਾਸਤੇ ਸਰਕਾਰ ਅੜੀ, ਸੁਪਰੀਮ ਕੋਰਟ ਵੀ ਗਈ, ਬੜਾ ਕੁਝ ਹੋਇਆ। ਉਸ ਤੋਂ ਬਾਅਦ ਸਰਕਾਰ ਦੀ ਮਜਬੂਰੀ ਹੋ ਗਈ ਅੰਦੋਲਨ ਅੱਗੇ ਝੁਕਣਾ। ਉਹਨਾਂ ਨੇ ਸਾਨੂੰ ਰਸਤਾ ਦਿੱਤਾ ਔਰ ਉਹਦੇ ਉੱਤੇ ਸੀ ਚੌਕਸ ਸੀ, ਪਰ ਸਰਕਾਰ ਕੋਲ ਸ਼ਕਤੀਆਂ ਜ਼ਿਆਦੀਆਂ ਨੇ। ਉਹਦੇ ਉੱਤੇ ਚੌਕਸ ਸੀ ਵੀ ਸਰਕਾਰ ਰਸਤਾ ਦੇ ਕੇ ਵੀ ਇਹਨੂੰ ਖਰਾਬ ਕਰ ਸਕਦੀ ਹੈ। ਉਹੀ ਕੰਮ ਸਰਕਾਰ ਨੇ ਕਰ ਦਿੱਤਾ। ਜਦੋਂ ਸਾਨੂੰ ਰਸਤਾ ਦਿੱਤਾ ਉਧਰ ਰੋਕਾਂ ਖੜੀਆਂ ਕਰਤੀਆਂ, ਉਧਰ ਰੋਕਾਂ ਖੜੀਆਂ ਕਰਤੀਆਂ, ਤੁਸੀਂ ਵੇਖੀਆਂ ਹੋਣੀਆਂ ਨੇ ਖੁਦ। ਤੇ ਜਿੱਧਰੋਂ ਰੋਕਣਾ ਸੀ ਉਸ ਪਾਸੇ ਜਾਣ ਤੋਂ ਵੀ ਇੱਧਰ ਨਾ ਜਾਣ ਲੋਕ ਲਾਲ ਕਿਲੇ ਵੱਲੇ, ਤੇ ਉਧਰੋਂ ਢਿੱਲ ਦੇਤੀ। ਤੇ ਅੱਗੇ ਜਾ ਕੇ ਵੇਖ ਲਓ 26 ਜਨਵਰੀ ਵਾਲੇ ਦਿਨ ਲਾਲ ਕਿਲੇ ਦੇ ਉੱਤੇ ਸਿਕਿਉਰਿਟੀ ਵੀ ਨਾ ਹੋਵੇ ਕੋਈ, ਉੱਤੇ ਬਿਲਕੁਲ ਖੁੱਲਾ ਛੱਡਤਾ ਹੈ ਸਾਰਾ ਕਾਰੋਬਾਰ ਕਰਨ ਵਾਸਤੇ। ਇਹ ਸਰਕਾਰ ਕਮਜ਼ੋਰ ਹੋਈ, ਇਹਦੇ ਵਿੱਚ ਸਰਕਾਰ ਦੀਆਂ ਨੀਤੀਆਂ ਫੇਲ ਹੋਈਆਂ ਨੇ ਬਿਲਕੁਲ। ਜੇ ਤਾਂ ਤੁਹਾਡੀ ਕਾਲ ਸੀਗੀ, ਠੀਕ ਹੈ, ਸਾਨੂੰ ਵੀ ਪਤਾ ਕਿ ਤੁਹਾਡੀ ਕਾਲ ਨਹੀਂ ਸੀ ਉਧਰ ਜਾਣ ਦੀ, ਰਿੰਗ ਰੋਡ ਦੇ ਉੱਪਰ ਜਾਣ ਦੀ, ਨਾ ਲਾਲ ਕਿਲੇ ਜਾਣ ਦੀ, ਫਿਰ ਤੁਹਾਡੇ ਲੀਡਰ ਸਾਰੇ ਕਿਉਂ ਉਧਰ ਨੂੰ ਤੁਰੇ? ਵੇਖੋ, ਜਿਹੜੇ ਗਏ ਨੇ ਉਹ ਦੱਸ ਸਕਦੇ ਨੇ। ਵੈਸੇ ਇਹਦੇ ਬਾਰੇ ਚ ਮੈਂ ਕੁਝ ਨਹੀਂ ਦੱਸ ਸਕਦਾ ਜਿਹੜੇ ਗਏ ਨੇ ਤੇ ਕਿਉਂ ਗਏ ਨੇ, ਹਨਾ। ਮੈਂ ਆਪਣੀ ਗੱਲ ਦੱਸ ਸਕਦਾ ਵੀ ਜਿਹੜੇ ਅਸੀਂ ਆਪਣੇ ਉਸ ਰੂਟ ਦੇ ਉੱਤੇ ਗਏ ਆ, ਉੱਥੇ ਸਾਡੀ ਗੱਡੀਆਂ ਨੂੰ ਵੀ ਰੋਕਿਆ ਗਿਆ, ਐ ਨੂੰ ਜਾਓ ਜੀ, ਐ ਨੂੰ ਜਾਓ। ਉੱਥੇ ਪੁਲਿਸ ਐਨ ਮੂਕ ਦਰਸ਼ਕ ਨਹੀਂ ਆਪਾਂ ਕਹਿੰਦੇ ਬਣ ਕੇ ਉੱਥੇ ਖੜੀ ਰਹੀਏ, ਉਹ ਵੀ ਉਹਨਾਂ ਬੰਦਿਆਂ ਨਾਲ ਖੋਰੇ ਇਸ਼ਾਰੇ ਆਈ ਮਾਰਦੇ ਰਹੀ, ਐ ਨੂੰ ਲੰਘ ਜਾਓ, ਜਦੋਂ ਕਿ ਸਰਕਾਰ ਦੀਆਂ ਹਦਾਇਤਾਂ ਸਨ ਬਿਲਕੁਲ। ਇਸ ਕਰਕੇ ਉਹਨਾਂ ਨੇ ਇਹ ਜਿਹੜੀ ਚਾਲ ਸੀ ਉਹਨਾਂ ਦੀ, ਉਹਦੇ ਵਿੱਚ ਉਹ ਕਾਮਯਾਬ ਹੋਏ ਨੇ। ਲਾਲ ਕਿਲੇ ਤੇ ਚੜਾਉਣਾ, ਇਸ ਪੱਗ ਨੂੰ ਨੁਕਸਾਨ ਪਹੁੰਚਾਉਣਾ, ਬਦਨਾਮ ਕਰਨਾ, ਉਹ ਉਹਨਾਂ ਦੀ ਸਾਜ਼ਿਸ਼ ਸੀ ਔਰ ਉਹਨਾਂ ਦੇ ਬੰਦਿਆਂ ਨੇ ਕੀਤਾ ਹੈ। ਦੁਨੀਆ ਗੱਲ ਇਹ ਸਮਝਦੀ ਹੈ ਵੀ ਸਾਰੀ ਕਿ ਇਹਨਾਂ ਨੇ ਨਹੀਂ ਕੀਤਾ। ਨਾ ਕੋਈ ਖਾਲਿਸਤਾਨੀ ਹੈ, ਨਾ ਕੋਈ ਵੱਖਵਾਦੀ ਹੈ। ਖੁਦ ਰਾਜਨਾਥ ਸਿੰਘ ਇਹ ਗੱਲ ਕਹਿ ਚੁੱਕੇ ਨੇ ਪਹਿਲਾਂ ਵੀ ਖਾਲਿਸਤਾਨੀ ਨਹੀਂ ਮੇਰੇ, ਸਾਡੇ ਭਰਾ ਨੇ ਵੱਡੇ। ਇਹ ਸਰਕਾਰ ਜਿਹੜੀ ਹੈ ਇਹਨੇ ਇਹ ਗਲਤ ਕੰਮ ਕੀਤਾ ਹੈ, ਸਾਡੇ ਅੰਦੋਲਨ ਨੂੰ ਖਰਾਬ। ਟਰੈਕਟਰ ਪਰੇਡ ਦੌਰਾਨ ਲੱਗੇ ਹਿੰਸਾ ਦੇ ਇਲਜ਼ਾਮਾਂ ਤੋਂ ਬਾਅਦ ਸਰਵਣ ਸਿੰਘ ਪੰਧੇਰ ਨੇ ਇਸ ਉੱਤੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਲਾਲ ਕਿਲੇ ਤੇ ਜਾਣ ਦਾ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਸੀ ਤੇ ਆਪਣੀ ਜ਼ਿੰਮੇਵਾਰੀ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਨਿਭਾਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨੌਜਵਾਨ ਦੀਪ ਸਿੱਧੂ ਦੇ ਬਹਿਕਾਵੇ ਦੇ ਵਿੱਚ ਆ ਗਏ ਨੇ, ਜਿਸ ਕਾਰਨ ਇਹ ਪੂਰੀ ਘਟਨਾ ਵਾਪਰੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਸਾਜ਼ਿਸ਼ ਬਾਰੇ ਕੋਈ ਅੰਦਾਜ਼ਾ ਨਹੀਂ ਸੀ। ਦੇਖ ਕਿਵੇਂ ਦੇਖਦੇ ਹੋ ਪੰਧੇਰ ਸਾਹਿਬ? ਹੁਣ ਦੇਖੋ, ਉਸੇ ਤਰ੍ਹਾਂ ਦੇਖਦੇ ਜਿੱਦਾਂ ਪਹਿਲੋਂ ਦੇਖਦੇ ਸੀਗੇ, ਠੀਕ ਆ। ਤੇ ਅੰਦੋਲਨ ਪਹਿਲੋਂ ਵੀ ਜਾਰੀ ਸੀਗਾ, ਹੁਣ ਵੀ ਅੱਗੇ ਜਾਰੀ ਰਹੂਗਾ। ਪੰਧੇਰ ਸਾਹਿਬ, ਜਿਹੜੇ ਤੁਹਾਨੂੰ ਲੱਗਦਾ ਕਿ ਹੁਣ ਤੁਹਾਡੀ ਜਿਹੜੀ ਆਹ ਸੰਘਰਸ਼ ਕਮੇਟੀ ਜਿਹੜੀ ਮੋਹਰੇ ਸੀ ਉਹ ਪਿੱਛੇ ਆ ਗਈ? ਤੇ ਦੇਖੋ, ਇਹੋ ਜੀ ਘਟਨਾ ਜੇ ਆ ਵੀ ਇਹੋ ਜੀ ਤੇ ਲੱਗਦੀ ਜੋ ਘਟਨਾਵਾਂ ਹੋਈਆਂ, ਜਾਂ ਤਾਂ ਅਸੀਂ ਘਟਨਾਵਾਂ ਨੂੰ ਸਹੀ ਮੰਨੀਏ, ਜਾਂ ਸਾਡੇ ਲਾਲ ਕਿਲੇ ਤੇ ਜਾਣ ਦਾ ਕੋਈ ਕਾਰਜਕ੍ਰਮ ਸੀਗਾ, ਪ੍ਰੋਗਰਾਮ ਸੀਗਾ, ਫਿਰ ਤਾਂ ਅਸੀਂ ਜ਼ਿੰਮੇਵਾਰ ਹੋਈਏ। ਸਾਡੇ ਕਾਰਜਕ੍ਰਮ ਜਾਂ ਪ੍ਰੋਗਰਾਮ ਰਿੰਗ ਰੋਡ ਤੇ ਸੀਗਾ, ਰਿੰਗ ਰੋਡ ਤੇ ਕਰਕੇ ਆਏ ਆ। ਜੋ ਕੁਝ ਘਟਨਾ ਹੋਈਆਂ ਅਸੀਂ ਕਿਹਾ ਵੀ ਇਹ ਨਹੀਂ ਹੋਣੀਆਂ ਚਾਹੀਦੀਆਂ, ਠੀਕ ਨਹੀਂ ਹੈਗੀ। ਪੰਧੇਰ ਸਾਹਿਬ, ਤੁਸੀਂ ਕਹਿ ਰਹੇ ਹੋ ਦੀਪ ਸਿੱਧੂ ਨੇ ਸਾਰਾ ਕੁਝ ਕੀਤਾ ਹੈ, ਨੌਜਵਾਨਾਂ ਨੂੰ ਭੜਕਾਇਆ ਹੈ। ਤੁਸੀਂ ਕਹਿ ਰਹੇ ਹੋ ਲੱਖਾਂ ਟਰੈਕਟਰ ਸਾਡੇ ਨਾਲ ਸੀਗੇ ਜਾਂ ਲੱਖਾਂ ਟਰੈਕਟਰ ਤੁਹਾਡੇ ਨਾਲ ਸੀਗੇ, ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਸੀਗੀ ਨਾ ਕਿ ਉਹਨਾਂ ਨੂੰ ਸੇਫ ਲੈ ਕੇ ਜਾਣਾ, ਸੇਫ ਲੈ ਕੇ ਆਉਣਾ। ਔਰ ਤੁਸੀਂ ਕਿਸਾਨ ਜਥੇਬੰਦੀਆਂ ਦੇ ਰੂਟ ਦੇ ਨਾਲ ਵੀ ਪਲਾਨ ਨਹੀਂ ਕੀਤਾ, ਅਲੱਗ ਪਲਾਨ ਦਿੱਤਾ। ਬਿਲਕੁਲ, ਲੱਖਾਂ ਟਰੈਕਟਰ ਸਾਡੇ ਨਾਲ ਸੀਗੇ, ਸਾਡੀ ਜ਼ਿੰਮੇਵਾਰੀ ਸੀਗੀ। ਅਸੀਂ ਉਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਵੀ ਆ। 99% 9.9 ਲੋਕ ਗਏ ਆ ਤੇ ਵਾਪਸ ਆਏ ਆ। ਹੁਣ ਇਹਦੇ ਵਿੱਚ ਜਿਵੇਂ ਸੈਲੀਬ੍ਰਿਟੀ ਆ, ਤੁਸੀਂ ਵੇਖਦੇ ਦੀਪ ਸਿੱਧੂ ਜੀ, ਉਹਨਾਂ ਦੀ ਫਾਲੋਇੰਗ ਹੋ ਵੀ ਬਹੁਤ ਸਾਰੀ ਹੋਊ, ਉਹਨਾਂ ਨੌਜਵਾਨ ਜੁੜੇ। ਉਹਨੇ ਅੰਦਰ ਖਾਤੇ ਕੁਝ ਨੌਜਵਾਨਾਂ ਨੇ ਆਪਣੀ ਜਗਾੜ ਬਣਾਇਆ ਔਰ ਉਹਨਾਂ ਦੇ ਭੜਕਾਵੇ ਵਿੱਚ ਸਧਾਰਨ ਲੋਕ ਲਾਲ ਕਿਲੇ ਤੇ ਚਲੇ ਗਏ। ਇਹਦਾ ਸਾਨੂੰ ਨਹੀਂ ਸੀ ਪਤਾ ਹੈਗਾ। ਸੋ ਇਸ ਕਰਕੇ ਏਡੇ ਵੱਡੇ ਅੰਦੋਲਨ ਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਨੂੰ ਇੰਨਾ ਆਸਾਨ ਨਹੀਂ ਹੁੰਦਾ ਰੁਕਣਾ।
तो इस करके ਅਸੀਂ ਮੰਨਦੇ ਹਾਂ ਵੀ ਨੌਜਵਾਨ ਸਾਡੇ ਤੋਂ ਬਾਹਰ ਚਲੇ ਗਏ ਔਰ ਅਸੀਂ ਕਦੀ ਵੀ ਇਹਨਾਂ ਘਟਨਾਵਾਂ ਦੀ ਜ਼ਿੰਮੇਵਾਰੀ ਇਹਨੂੰ ਚੰਗਾ ਨਹੀਂ ਕਿਹਾ ਕਿ ਮਾੜੀ ਤੁਹਾਡਾ ਫੈਸਲਾ ਗਲਤ ਸੀਗਾ ਰਿੰਗ ਰੋਡ ਤੇ ਜਾਣ ਦਾ। ਇਹ ਨਹੀਂ ਕਿਹਾ ਜਾ ਸਕਦਾ। ਸਾਨੂੰ ਫੈਸਲੇ ਕਰਨ ਤੋਂ ਪਹਿਲਾਂ ਅੰਦਾਜ਼ਾ ਨਹੀਂ ਸੀ ਵੀ ਇਸ ਕਿਸਮ ਦੀ ਸਾਜ਼ਿਸ਼ ਹੋ ਸਕਦੀ ਹੈ। ਨਹੀਂ ਜਦੋਂ ਪੰਦੇਰ ਸਾਹਿਬ ਜਿਵੇਂ ਇੱਥੋਂ ਹੀ ਪਤਾ ਲੱਗ ਗਿਆ ਸੀ, ਤੁਸੀਂ ਅਪੀਲ ਕੀਤੀ ਸੀ ਕਿ ਟਰੈਕਟਰ ਦੇ ਉੱਤੇ 3 ਜਣੇ ਹੋਣਗੇ, ਇੱਕ ਡਰਾਈਵਰ ਹੋਊਗਾ, 2 ਜਣੇ ਹੋਣਗੇ, ਪਰ ਇੱਥੋਂ ਹੀ ਜਿਹੜੀ ਤਸਵੀਰਾਂ ਸਾਹਮਣੇ ਆ ਗਈਆਂ ਸੀ, ਨੌਜਵਾਨ ਛਤਰੀਆਂ ਤੇ ਬੈਠੇ ਸੀ, 10-10 ਨੌਜਵਾਨ ਸੀ। ਇੱਥੋਂ ਹੀ ਲੱਗਦਾ ਸੀ ਕਿ ਕੋਈ ਘਟਨਾ ਹੋ ਸਕਦੀ ਹੈ। ਇੱਥੋਂ ਹੀ ਕਿਉਂ ਨਹੀਂ ਤੁਸੀਂ ਸਾਰਿਆਂ ਨੂੰ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕੀਤੀ? ਅਸੀਂ ਆਪਣੇ ਵੱਲੋਂ 3 ਤੋਂ 4 ਬੰਦੇ ਗਏ ਸੀ ਤੇ ਲਗਭਗ ਜ਼ਿਆਦਾਤਰ ਟਰੈਕਟਰਾਂ ਤੇ ਇਹੀ ਸੀਗਾ। ਕੁਝ ਟੋਲੇ ਸੀ ਤੇ ਕੁਝ ਟਰੈਕਟਰਾਂ ਤੇ ਇਹ ਵੀ ਸੀਗਾ ਜਿਹੜੀ ਤੁਸੀਂ ਗੱਲ ਕਹੀ। ਅਸੀਂ ਉਹਨਾਂ ਨੂੰ ਕਿਹਾ ਵੀ ਲਾਇਆ, ਕਈਆਂ ਨੇ ਪੈਪ ਖਾ ਲਏ ਵੀ ਸਾਡੀ ਛਤੜੀ ਤਗੜੀ ਆ। ਉਦੋਂ ਬਾਅਦ ਪੈਦਲ ਗਏ ਆ, ਲਗਭਗ ਸਾਰੇ ਨੌਜਵਾਨ ਆਮ ਲੋਕ ਬਜ਼ੁਰਗ ਵੀ ਤੁਸੀਂ ਵੇਖਿਆ ਪੈਦਲ ਹੀ ਗਏ ਆ ਤੇ ਤਕਰੀਬਨ ਇੰਨਾ ਪੈਂਡਾ ਪੈਦਲ ਹੀ ਕੀਤਾ, ਪਬਲਿਕ ਨਾਲ ਪੈਦਲ ਬਰਾਬਰ ਦੀ ਤੁਰੀ ਗਈ ਆ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ ਤਿਰੰਗੇ ਦਾ ਪੂਰਾ ਸਨਮਾਨ ਕਰਦੇ ਨੇ ਤੇ ਤਿਰੰਗਾ ਉਹਨਾਂ ਦੀ ਜਾਨ ਹੈ। ਚੜੂਨੀ ਨੇ ਇਸ ਮੌਕੇ ਹਰਿਆਣਾ ਸਰਕਾਰ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਹਰ ਹਾਲ ਦੇ ਵਿੱਚ ਆਪਣਾ ਇਹ ਫੈਸਲਾ ਵਾਪਸ ਲੈਣਾ ਪਵੇਗਾ। सिर देने के लिए भी तैयार है तिरंगे के लिए। तिरंगे से आप एक बार हाथ खड़े करके उठाओ, तिरंगे को कितने लोगों की शान समझते हैं? देख लीजिए, मीडिया फोटो उतारे, मीडिया फोटो उतारे। तिरंगा हमारी शान है, हम सारे तिरंगे के ऊपर शान समझते हैं। लेकिन कुछ लोग मौके का फायदा उठा के हमें बदनाम कर रहे हैं, मौके का फायदा उठा के बदनाम कर रहे हैं। और खास तौर पर हरियाणा सरकार, जो हरियाणा सरकार ने चालें शुरू कर दी है, अपने लोगों को सड़कों पे निकाल दिया है, जियादतियां करवानी शुरू कर दी है। ये सरकारों में क्या नहीं होते हमारे, ये सरकार गद्दारी है सरकार की एक तरह से। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਹੁਸ਼ਿਆਰਪੁਰ ਪਹੁੰਚੇ, ਜਿੱਥੇ ਉਹਨਾਂ ਨੇ ਨਗਰ ਨਿਗਮ ਚੋਣਾਂ ਦੇ ਲਈ 40 ਉਮੀਦਵਾਰਾਂ ਦਾ ਐਲਾਨ ਕੀਤਾ। ਇਸ ਮੌਕੇ ਉਹਨਾਂ ਕਿਹਾ ਹੈ ਕਿ ਸਾਰੀਆਂ 50 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਚੋਣਾਂ ਲੜੇਗਾ ਤੇ ਇਸ ਮੌਕੇ ਕਾਂਗਰਸ ਸਰਕਾਰ ਦੇ ਉੱਪਰ ਵੀ ਮਜੀਠੀਆ ਨੇ ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਇੰਡਸਟਰੀ ਦਾ ਪੰਜਾਬ ਦੇ ਵਿੱਚ ਬੁਰਾ ਹਾਲ ਹੈ। ਇਸ ਮੌਕੇ ਉਹਨਾਂ ਨੇ ਸਥਾਨਕ ਸਰਕਾਰ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਦਾਅਵਾ ਕੀਤਾ। ਜੋ ਕਾਰਪੋਰੇਸ਼ਨ ਦੀ ਇਲੈਕਸ਼ਨ ਆਈ ਹੈ, ਜਿਹਦੇ 50 ਸੀਟਾਂ ਨੇ ਹੁਸ਼ਿਆਰਪੁਰ ਸਿਟੀ ਦੀਆਂ, ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ 17 ਦੀ ਜਗ੍ਹਾ 50 ਸੀਟਾਂ ਲੜਨ ਲੱਗਿਆ। ਉਹਦੇ ਵਾਸਤੇ ਕੁਝ ਜੁਆਇਨਿੰਗ ਸਨ ਔਰ ਜਿਹੜੇ ਕੈਂਡੀਡੇਟ ਸਨ ਉਹਨਾਂ ਦੇ ਐਲਾਨ ਸਨ। ਸੋ ਅੱਜ ਇੱਕ ਕੈਂਪੇਨ ਦੀ ਸ਼ੁਰੂਆਤ ਹੈ। ਮੈਨੂੰ ਆਸ ਹੈ, ਉਮੀਦ ਹੈ ਕਿ ਹੁਸ਼ਿਆਰਪੁਰ ਦੇ ਨਿਵਾਸੀ ਪਿਛਲੇ 4 ਸਾਲਾਂ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਹੈ, ਚਾਹੇ ਉਹ ਇੱਥੋਂ ਦੇ ਇੰਡਸਟਰੀ ਮਿਨਿਸਟਰ ਦੀ ਹੈ ਤੇ ਚਾਹੇ ਉਹ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਹੈ, ਉਹਨੂੰ ਵੀ ਸਵਾਲ ਕਰਨਗੇ। ਔਰ ਨਾਲ ਹੀ ਕਿਉਂਕਿ ਇਸ ਇਲਾਕੇ ਤੋਂ ਸੈਂਟਰ ਦੇ ਵਜ਼ੀਰ ਵੀ ਨੇ ਭਾਜਪਾ ਦੇ, ਉਹਨਾਂ ਨੂੰ ਵੀ ਸਵਾਲ ਕਰਨਗੇ ਕਿ ਤੁਸੀਂ ਕੰਮ ਕੀ ਕੀਤਾ ਜਾਂ ਕਿਹੜੀ ਇੰਡਸਟਰੀ ਲਾ ਕੇ ਦਿੱਤੀ। ਅਫਸੋਸ ਦੀ ਗੱਲ ਹੈ, ਇੰਡਸਟਰੀ ਲਿਆਉਣੀ ਤਾਂ ਕੀ ਸੀ। ਇਹਨਾਂ ਦੇ ਇੰਡਸਟਰੀ ਮਿਨਿਸਟਰ ਬਣਨ ਤੋਂ ਬਾਅਦ ਇੰਡਸਟਰੀ ਇੱਥੇ ਬੰਦ ਜ਼ਰੂਰ ਹੋਈ। ਸੋ ਨੌਕਰੀ ਦਾ ਮੁੱਦਾ ਹੈ, ਬਿਜਲੀ ਦੇ ਵਧੇ ਰੇਟਾਂ ਜਿਹੜੇ 9-9 ਰੁਪਏ ਯੂਨਿਟ ਹੋਇਆ ਹੈ, ਬਿਜਲੀ ਦੇ ਕੱਟ, ਇਹ ਵੱਡੇ ਮੁੱਦੇ ਆ। ਲੋਕਾਂ ਨੂੰ ਪੈਨਸ਼ਨ ਨਾ ਮਿਲਣਾ, ਆਟਾ ਦਾਲ ਨਾ ਮਿਲਣਾ, ਲੋਕਾਂ ਨੂੰ ਐਸੀ ਸਕਾਲਰਸ਼ਿਪ ਨਹੀਂ ਮਿਲਣੀ, ਲੋਕਾਂ ਨਾਲ ਜਿਹੜੇ ਕਾਂਗਰਸ ਨੇ ਵਾਅਦੇ ਕੀਤੇ ਸੀ ਘਰ ਘਰ ਨੌਕਰੀ ਦੇ, ਕਰਜ਼ੇ ਮਾਫੀ ਦੇ, ਉਹ ਪੂਰੇ ਨਾ ਹੋਣੇ, ਗਰੀਬਾਂ ਦੇ ਯੂਨਿਟ ਨਹੀਂ ਮਿਲਣੇ। ਇਹ ਸਾਰੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਭਾਈਚਾਰਕ ਸਾਂਝ, ਪੰਜਾਬ 'ਚ ਅਮਨ ਸ਼ਾਂਤੀ ਕਾਨੂੰਨ ਔਰ ਜੋ ਬਾਦਲ ਸਾਹਿਬ ਨੇ, ਚਾਹੇ ਉਹ ਸੜਕਾਂ ਦਾ ਜਾਲ ਹੈ, ਚਾਹੇ ਉਹ 에ਅਰਪੋਰਟ ਕਨੈਕਟੀਵਿਟੀ ਹੈ, ਚਾਹੇ ਉਹ ਰੋਡ ਕਨੈਕਟੀਵਿਟੀ ਹੈ, ਪੰਜਾਬ ਦੀ ਤਰੱਕੀ ਵਾਸਤੇ ਜੋ ਕਦਮ ਕੀਤੇ, ਸਾਰੇ ਮੁੱਦੇ ਬਣਨਗੇ। ਔਰ ਮੈਨੂੰ ਪੂਰੀ ਆਸ ਉਮੀਦ ਹੈ ਕਿ ਜਿਹੜੇ ਇਹ ਕਾਂਗਰਸ ਜਾਂ ਬੀਜੇਪੀ ਦੀ ਮਾੜੀ ਕਾਰਗੁਜ਼ਾਰੀ ਦੇ ਉੱਤੇ ਲੋਕ ਸਵਾਲ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰ। ਟਰੈਕਟਰ ਪਰੇਡ ਦੌਰਾਨ ਦਿੱਲੀ ਵਿਖੇ ਹੋਈ ਹਿੰਸਾ ਤੋਂ ਬਾਅਦ ਹੁਣ ਇਸ ਤੇ ਸਿਆਸੀ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਸਿਆਸੀ ਆਗੂਆਂ ਦੁਆਰਾ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ।
ਬੀਬੀ ਜਗੀਰ ਕੌਰ ਵੱਲੋਂ ਵੀ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਦੀਆਂ ਨੇ। ਉਧਰ ਵਿਜਿੰਦਰ ਸਿੰਗਲਾ ਨੇ ਵੀ ਦੀਪ ਸਿੱਧੂ ਤੇ ਇਸ ਮਾਮਲੇ ਦੇ ਵਿੱਚ ਨਿਸ਼ਾਨਾ ਸਾਧਿਆ ਹੈ। ਆਮ ਆਦਮੀ ਪਾਰਟੀ ਦੁਆਰਾ ਵੀ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕਿਸਾਨਾਂ ਦਾ ਸੰਘਰਸ਼ ਪਿਛਲੇ 5 ਮਹੀਨਿਆਂ ਤੋਂ ਬੜਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੱਲਿਆ ਔਰ ਉਹ ਆਉਣ ਵਾਲੇ ਸਮੇਂ ਵਿੱਚ ਵੀ ਚੱਲਦਾ ਰਹੂਗਾ। ਇੱਕੋ ਹੀ ਗੱਲ ਹੈ ਕਿ ਬੀਜੇਪੀ ਦੀ ਮੋਦੀ ਸਰਕਾਰ ਜਿਹੜੀ ਲੋਕਾਂ ਨੇ ਬਣਾਈ ਸੀ, ਇਹ ਸਰਕਾਰਾਂ ਕਦੇ ਲੋਕਾਂ ਤੋਂ ਵੱਡੀਆਂ ਨਹੀਂ ਹੁੰਦੀਆਂ, ਲੋਕ ਹੀ ਸਰਕਾਰਾਂ ਬਣਾਉਂਦੇ ਆ। ਤੇ ਜੇ ਕੋਈ ਇੱਕ ਕਾਨੂੰਨ ਬਣ ਗਿਆ ਤੇ ਕਿਸਾਨੀ ਨੂੰ, ਗਰੀਬ ਨੂੰ, ਮਜ਼ਦੂਰ ਨੂੰ ਜਾਂ ਪੰਜਾਬ ਦੀ ਆਰਥਿਕਤਾ ਨੂੰ ਉਹ ਸੂਟ ਨਹੀਂ ਕਰਦਾ ਜਾਂ ਉਹਨਾਂ ਦੇ ਹੱਕ ਵਿੱਚ ਨਹੀਂ ਹੈ, ਤਾਂ ਮੈਂ ਸਮਝਦਾ ਕਿ ਬੀਜੇਪੀ ਦੀ ਸਰਕਾਰ ਨੂੰ ਕਾਨੂੰਨਾਂ ਨੂੰ ਵਾਪਸ ਕਰ ਲੈਣਾ ਚਾਹੀਦਾ ਹੈ ਔਰ ਫਿਰ ਆਉਣ ਵਾਲੇ ਸਮੇਂ ਵਿੱਚ ਕਿਸਾਨ ਭਰਾਵਾਂ ਨਾਲ, ਮਜ਼ਦੂਰਾਂ ਨਾਲ ਬੈਠ ਕੇ ਕਾਨੂੰਨ ਦੀ ਰੂਪਰੇਖਾ ਬਣਾ ਕੇ ਨਵਾਂ ਕਾਨੂੰਨ ਜਦ ਮਰਜ਼ੀ ਲੈ ਕੇ ਆ ਜਾਓ, ਪਰ ਕਾਨੂੰਨ ਉਹ ਲੈ ਕੇ ਆਓ ਦੇਸ਼ ਦੇ ਵਿੱਚ ਲੋਕਾਂ ਵਾਸਤੇ, ਜਿਹੜਾ ਕਾਨੂੰਨ ਲੋਕਾਂ ਦੇ ਹੱਕ ਵਾਸਤੇ ਹੋਵੇ। ਮਾੜੀ ਘਟਨਾ ਵਾਪਰੀ ਹੈ, ਭਾਵੇਂ ਕੋਈ ਵੀ ਮਰਿਆ, ਭਾਵੇਂ ਕਿਸੇ ਦੀ ਵੀ ਜਾਨ ਗਈ ਹੈ। ਮੈਂ ਕਹਿੰਦੀ ਜੇ ਭਾਵੇਂ ਸੁਰੱਖਿਆ ਦਸਤਿਆਂ ਦੇ ਵੀ ਜਾਨਾਂ ਜਾਣ, ਉਹਨਾਂ ਦੇ ਵੀ ਸੱਟਾਂ ਲੱਗਣ, ਉਹ ਵੀ ਮਾੜਾ। ਜੇ ਕਿਉਂਕਿ ਸਾਡੇ ਭਾਰਤ ਵਾਸੀ ਹੈ, ਸਾਡੇ ਦੇਸ਼ ਵਾਸੀ ਹੈ, ਸਾਡੇ ਆਪਣੇ ਹੈ, ਕਿ ਜੇ ਸਾਡੇ ਕਿਸਾਨਾਂ ਦੇ ਨਾਲ ਸੱਟਾਂ ਲੱਗੀਆਂ, ਕਿਸਾਨਾਂ ਦੇ ਨਾਲ ਜ਼ੁਲਮ ਹੋਇਆ, ਉਹਨਾਂ ਦੀਆਂ ਜਾਨਾਂ ਗਈਆਂ, ਉਹ ਵੀ ਚਿੰਤਾਜਨਕ ਹੈ, ਉਹ ਵੀ ਅਫਸੋਸਨਾਕ ਹੈ, ਉਹ ਵੀ ਦੁਖਦਾਈ ਹੈ। ਸੋ ਇਹ ਘਟਨਾ ਨਹੀਂ ਸੀ ਵਾਪਰਨੀ ਚਾਹੀਦੀ। 26 ਜਨਵਰੀ ਦਾ ਦਿਹਾੜਾ ਸੀਗਾ, ਸਾਡੇ ਵਾਸਤੇ ਬੜਾ ਇਤਿਹਾਸਕ ਦਿਹਾੜਾ ਸੀ। ਸੰਜਮ ਤੋਂ ਕੰਮ ਜਿੱਦਾਂ ਕਿਸਾਨ ਲੈਂਦੇ ਆ ਰਹੇ ਸੀ, ਭਾਰਤ ਸਰਕਾਰ ਨੂੰ ਵੀ ਉਸੇ ਤਰੀਕੇ ਨਾਲ ਬੜੇ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਨੂੰ ਅੰਦੋਲਨ ਕਰਨ ਦੇਣਾ ਚਾਹੀਦਾ ਸੀਗਾ। ਇਹ ਇਸ ਤਰੀਕਾ ਦੀ ਲਾਠੀ ਚਾਰਜ, ਪਾਣੀ ਦੀਆਂ ਵਿਛਾੜਾਂ, ਟੀਅਰ ਗੈਸ, ਇਹ ਸਾਰਾ ਕੁਝ ਚਲਾਉਣਾ ਜਿਹੜਾ ਸੀ, ਇਸੇ ਕਰਕੇ ਤੇ ਸਾਰਾ ਨੁਕਸਾਨ ਹੋਇਆ। प्रधानमंत्री जी का कोई बहुत बड़ा प्रशंसक क्यों ना हो, मोदी जी का अंधभक्त क्यों ना हो, वो भी 7 रेस कोर्स रोड, 7 लोक कल्याण मार्ग यानी कि देश के प्रधानमंत्री के निवास स्थान के भीतर नहीं जा सकता, अंदर नहीं जा सकता। हाई सिक्योरिटी एरिया है और बिना उनकी अनुमति के कोई ऐसा वैसा व्यक्ति नहीं जा सकता। यानी कि बहुत पहुंचा हुआ भारतीय जनता पार्टी का नेता, उनके स्लीपर सेल में काम करने वाला व्यक्ति, प्रधानमंत्री जी के घर तक पहुंचकर उनके साथ मुस्कुराते हुए, उनके साथ खड़े होकर चिपककर फोटो खिंचवाना, ये बहुत बड़ी बात है। और इससे साफ हो जाता है कि दीप सिद्धू नाम का ये शख्स जो इस पूरी वारदात को अंजाम दे रहा था, वो भारतीय जनता पार्टी का प्लांट है। यही नहीं, ये देश के गृह मंत्री, हिंदुस्तान के सबसे दूसरे नंबर के सबसे ज्यादा शक्तिशाली व्यक्ति अमित शाह जी के साथ इस व्यक्ति की तस्वीर। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਦਿੱਲੀ ਵਿਖੇ ਹੋਈ ਹਿੰਸਾ ਦੀ ਨਿੰਦਾ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਪੁਲਿਸ ਨੂੰ ਦੋਸ਼ੀਆਂ ਦੇ ਖਿਲਾਫ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ ਤੇ ਕਿਸਾਨ ਆਗੂਆਂ ਨੂੰ ਇਸ ਮਾਮਲੇ 'ਚ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਹਰਿਆਣਾ ਪੰਜਾਬ ਦੇ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਭਾਰੀ ਜਮਾਵੜਾ ਦੇਖਣ ਨੂੰ ਮਿਲ ਰਿਹਾ ਹੈ। ਇਹ ਕਿਸਾਨ ਦਿੱਲੀ ਅੰਦੋਲਨ ਤੋਂ ਵਾਪਸ ਪਰਤ ਰਹੇ ਨੇ। ਕਿਸਾਨਾਂ ਦੇ ਇਸ ਭਾਰੀ ਜਮਾਵੜੇ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਕਿਸਾਨ ਜਿੰਨੀ ਤੇਜ਼ੀ ਨਾਲ ਦਿੱਲੀ ਅੰਦੋਲਨ ਵਿੱਚ 26 ਜਨਵਰੀ ਦੀ ਪਰੇਡ ਲਈ ਗਏ ਸਨ, ਉਸੇ ਰਫ਼ਤਾਰ ਦੇ ਨਾਲ ਹੁਣ ਕਿਸਾਨ ਵਾਪਸ ਪੰਜਾਬ ਅਤੇ ਹਰਿਆਣਾ ਵੱਲ ਆਪਣੇ ਪਿੰਡਾਂ ਵੱਲ ਪਰਤ ਰਹੇ ਨੇ। ਪੁਲਿਸ ਵਾਲਿਆਂ ਨੇ ਪੂਰਾ ਧੱਕਾ ਕੀਤਾ ਜੀ। ਕਿਆ ਉੱਥੇ ਰਵੱਈਆ ਦਾ ਜਿਹੜਾ ਟਰੈਕਟਰ ਪਰੇਡ ਹੋਈ ਆ ਬੜੀ ਵਧੀਆ ਹੋਈ ਆ। ਕੁਝ ਕੁ ਸ਼ਰਾਰਤੀ ਅਨਸਰਾਂ ਨੇ ਉੱਥੇ ਮਤਲਬ ਜੋ ਕਿ ਲਾਲ ਕਿਲੇ ਦੇ ਕੀਤਾ ਉਹ ਗਲਤ ਕੀਤਾ। ਤੇ ਹੁਣ ਵਾਪਸ ਜਾ ਰਹੇ ਹੋ ਜਾਂ ਦੁਬਾਰਾ ਦਿੱਲੀ ਮੁੜੋਗੇ? ਨਹੀਂ, ਦੁਬਾਰਾ ਜਿਹੜੇ ਕੰਮਕਾਰ ਵਾਲੇ ਬੰਦੇ ਆ ਉਹਨਾਂ ਨੂੰ ਛੱਡ ਕੇ ਅਸੀਂ दोबारा फिर वापस आवांगे। ये हुआ था जो रास्ता रूट हमको दिया था ना किसानों को, उस रोड पे जा रहे थे हम, सीधे पुलिस ने बैरिकेड आगे लगा के लाल किले की तरफ किसानों को मोड़ दिया। उस सड़क पे सीधे किसान पड़ गए, कुछ किसान वहाँ पे सीधे लाल किले पे पहुँच गए। ये हुआ है। माना जाए कि दिल्ली पुलिस और सरकार की साजिश थी। साजिश थी। ਸੋ ਲਗਾਤਾਰ ਕਿਸਾਨ ਪੰਜਾਬ ਤੇ ਹਰਿਆਣਾ ਆਪਣੇ ਪਿੰਡਾਂ ਦੇ ਵੱਲ ਪਰਤ ਰਹੇ ਨੇ। ਹਾਲਾਂਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 26 ਜਨਵਰੀ ਦੀ ਟਰੈਕਟਰ ਪਰੇਡ ਦੇ ਲਈ ਜੋ ਕਿਸਾਨ ਦਿੱਲੀ ਵਿੱਚ ਆਏ ਸਨ ਉਹ ਕਿਸਾਨ ਹੀ ਵਾਪਸ ਜਾ ਰਹੇ ਨੇ ਤੇ ਉਹ ਕਿਸਾਨਾਂ ਨੂੰ ਛੱਡ ਕੇ ਵਾਪਸ ਪਰਤ ਆਉਣਗੇ।
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਦਿੱਲੀ ਹਿੰਸਾ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕੀਤੀ ਪ੍ਰੈਸ ਕਾਨਫਰੰਸ। ਕਿਹਾ ਟਰੈਕਟਰ ਮਾਰਚ ਚੜਿਆ ਸਰਕਾਰੀ ਸਾਜ਼ਿਸ਼ ਦੀ ਭੇਂਟ। ਕਿਸਾਨੀ ਅੰਦੋਲਨ ਰਹੇਗਾ ਜਾਰੀ। 1 ਫਰਵਰੀ ਨੂੰ ਕਿਸਾਨਾਂ ਨੇ ਸੰਸਦ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਮੁਲਤਵੀ। 30 ਜਨਵਰੀ ਨੂੰ ਸਾਰੇ ਦੇਸ਼ ਵਿੱਚ ਮਰਨ ਵਰਤ ਤੇ ਬੈਠਣਗੇ ਕਿਸਾਨ। ਦਿੱਲੀ ਹਿੰਸਾ ਤੇ ਬੋਲੇ ਦਿੱਲੀ ਪੁਲਿਸ ਕਮਿਸ਼ਨਰ, ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਹੀਂ ਜਾਵੇਗਾ ਬਖਸ਼ਿਆ। ਪੁਲਿਸ ਨੇ 200 ਤੋਂ ਜ਼ਿਆਦਾ ਲੋਕ ਲਏ ਹਿਰਾਸਤ ਵਿੱਚ। 3 ਦਰਜਨ ਤੋਂ ਵੱਧ ਵਿਅਕਤੀਆਂ ਤੇ ਪਰਚਾ ਕੀਤਾ ਦਰਜ। ਪੁਲਿਸ ਨੇ ਵਰਤਿਆ ਸੰਜਮ। ਕਿਸਾਨਾਂ ਤੇ ਕਾਨੂੰਨ ਤੋੜਨ ਦੇ ਲਗਾਏ ਇਲਜ਼ਾਮ। ਚੰਡੀਗੜ੍ਹ 'ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਹੋਈ ਮੀਟਿੰਗ। ਪਾਰਟੀ ਨੇ ਮੁੜ ਕਿਸਾਨਾਂ ਨੂੰ ਸਮਰਥਨ ਦੇਣ ਦੀ ਆਖੀ ਗੱਲ। ਕਿਹਾ ਸੰਸਦ 'ਚ ਚੁੱਕਿਆ ਜਾਵੇਗਾ ਕਿਸਾਨਾਂ ਦਾ ਮੁੱਦਾ। ਸ਼ੌਰਿਆ ਚੱਕਰ ਨਾਲ ਸਨਮਾਨਿਤ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ ਦੀ ਜਾਂਚ ANI ਨੇ ਆਪਣੇ ਹੱਥਾਂ 'ਚ ਲਈ। ਕਾਰ 'ਚ ਦਾਖਲ ਹੋ ਕੇ ਕਾਤਲਾਂ ਨੇ ਚਲਾਈਆਂ ਸਨ ਕਾਮਰੇਡ ਬਲਵਿੰਦਰ ਸਿੰਘ ਤੇ ਗੋਲੀਆਂ। ਤੇ ਜਾਂਦੇ ਇੱਕ ਜ਼ਰੂਰੀ ਜਾਣਕਾਰੀ। ਆਪਣੀ ਕਿਸੇ ਵੀ ਸ਼ਿਕਾਇਤ ਜਾਂ ਸੁਝਾਅ ਨੂੰ ਸਾਡੇ ਨਾਲ ਸਾਂਝਾ ਕਰਨ ਦੇ ਲਈ news@fastway.in ਤੇ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਤੇ ਸਾਡੇ ਪ੍ਰੋਗਰਾਮ ਆਨਲਾਈਨ ਦੇਖਣ ਦੇ ਲਈ www.fastway.in ਤੇ ਤੁਸੀਂ ਲੌਗਇਨ ਵੀ ਕਰ ਸਕਦੇ ਹੋ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।